लुधियाना च होए बंब बलास्ट च जख्मियों का हाल जानने पहुंचे भगवंत मान। कहा पंजाब सरकार वालों जख्मियों नूं दिता जाए मुफ्त इलाज। बलास्ट मामले च लुधियाना पहुंचे केंद्रीय मंत्री किरण रिजिजू। उन्होंने कहा कि इस मामले की होएगी उच्च पद्धरी जांच। केंद्र अते देश के खिलाफ कार्रवाई करने वाले चेहरे होंगे बेनकाब। शिवसेना हिंदुस्तान के प्रधान पवन गुप्ता भी पीड़ितों का हाल चाल जानन पहुंचे। मीडिया के मुखातब होंदे होए उन्होंने मौजूदा सरकार ते तिखे निशाने साधे। लुधियाना सिविल हस्पताल च जख्मियों का हाल जानन पहुंचे आम आदमी पार्टी के मैंबर पार्लीमेंट भगवंत मान ने पंजाब सरकार ते वड्डे हमले बोले ने। भगवंत मान ने कहा कि पंजाब की सरकार कमजोर है अते पंजाब विच एक मजबूत सरकार की बेहद लोड़ है। भगवंत मान ने साफ कहा कि पंजाब विच जो हालात बनाए जा रहे ने वह ठीक नहीं ने। जख्मियों का हाल जान के भगवंत मान ने यह मांग की कि पंजाब सरकार जख्मियों नूं मुफ्त इलाज देवे अते जो वो मेंटली परेशान होए ने उन्होंने 5-5 लाख का मुआवजा भी दिता जाए। भगवंत मान ने पंजाब सरकार ते निशाना साधद्या कहा कि सरकार नूं लोकां दी कोई फिक्र नहीं है, बस आपस विच ही लड़न विच यह लगे हुए ने। बहुत ही मनभागी बहुत ही दुखदायक घटना हुई है। ਇਹਦੀ ਜਾਂਚ ਹੋਣੀ ਚਾਹੀਦੀ ਹੈ। ਇਹਦੇ ਮਾਸਟਰਮਾइंड ਕੌਣ ਨੇ? ਇਲੈਕਸ਼ਨਾਂ ਦੇ ਨੇੜੇ ਜਾ ਕੇ ਪਿਛਲੀ ਵਾਰ ਵੀ ਤੁਹਾਨੂੰ ਯਾਦ ਹੋਊਗਾ ਮੌੜ ਮੰਡੀ ਦੇ ਵਿੱਚ ਇੱਕ ਧਮਾਕਾ ਹੋਇਆ ਸੀ। ਸ਼ਾਇਦ ਉਹਦੀ ਵੀ ਹਜੇ ਤੱਕ ਜਾਂਚ ਨਹੀਂ ਹੋਈ ਤੇ ਕੋਈ ਮਾਸਟਰਮਾइंड ਉਹਦਾ ਵੀ ਫੜਿਆ ਨਹੀਂ ਗਿਆ। ਧੱਕਾ ਨਾ ਲਾਓ। ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਭਾਵੇਂ ਉਹ ਬੇਅਦਬੀ ਹੈ ਭਾਵੇਂ ਉਹ ਇਸ ਤਰ੍ਹਾਂ ਦਾ ਕੋਰਟ ਕੰਪਲੈਕਸ ਦੇ ਵਿੱਚ ਧਮਾਕਾ ਹੈ, ਇੱਕ ਕਮਜ਼ੋਰ ਸਰਕਾਰ ਜਿਹੜੀ ਹੈ ਇਹ ਉਹਦੀਆਂ ਨਿਸ਼ਾਨੀਆਂ ਨੇ। ਕਿਉਂਕਿ ਸਾਡੇ ਜਿਹੜੇ ਗ੍ਰਹਿ ਮੰਤਰੀ ਨੇ ਜਿਨ੍ਹਾਂ ਦੇ ਹੱਥ 'ਚ ਸਾਰਾ ਕਾਨੂੰਨ ਹੈ, ਲਾਅ ਐਂਡ ਆਰਡਰ ਹੈ, ਉਹਨਾਂ ਬਾਰੇ ਤਾਂ ਕੈਬਨਿਟ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ ਕਿ ਤੁਸੀਂ ਪੈਸੇ ਲੈ ਕੇ ਬਦਲੀਆਂ ਕਰਦੇ ਹੋ ਐਸਐਸਪੀਜ਼ ਦੀਆਂ। ਸੋ ਸਰਕਾਰ ਆਪਸ 'ਚ ਲੜ ਰਹੀ ਹੈ। ਸਿੱਧੂ ਚੰਨੀ ਨਾਲ ਲੜ ਰਿਹਾ, ਚੰਨੀ ਜਾਖੜ ਨਾਲ ਲੜ ਰਿਹਾ, ਜਾਖੜ ਬਾਜਵੇ ਨਾਲ, ਬਾਜਵਾ ਰੰਧਾਵੇ ਨਾਲ, ਰੰਧਾਵਾ ਬਿੱਟੂ ਨਾਲ। ਸੋ ਇਹ ਪੰਜਾਬ ਦੇ ਵਿੱਚ ਇੱਕ ਸਟੇਬਲ ਤੇ ਮਜ਼ਬੂਤ ਸਰਕਾਰ ਦੀ ਲੋੜ ਹੈ ਜੋ ਕਿ ਸਖਤ ਐਕਸ਼ਨ ਲੈ ਸਕੇ। ਜੇ ਕਿਤੇ 2015 ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀ ਬਰਗਾੜੀ ਦੇ ਵਿੱਚ ਉਹਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਹੁੰਦੀ ਤਾਂ ਸ਼ਾਇਦ ਦਰਬਾਰ ਸਾਹਿਬ ਦੇ ਵਿੱਚ ਕੋਈ ਜਾ ਕੇ ਹਿੰਮਤ ਨਾ ਕਰਦਾ। ਸੋ ਮਿਸਾਲੀ ਸਜ਼ਾਵਾਂ ਦੀ ਲੋੜ ਹੈ ਔਰ ਮੈਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਬੇਨਤੀ ਕਰਦਾ ਕਿ ਅਮਨ ਸ਼ਾਂਤੀ ਬਣਾ ਕੇ ਰੱਖਣਾ। ਪੰਜਾਬ ਨੇ ਪਹਿਲਾਂ ਬਹੁਤ ਕਾਲਾ ਦੌਰ ਦੇਖਿਆ ਹੋਇਆ। ਪੰਜਾਬ ਦੇ ਭਾਈਚਾਰੇ ਨੂੰ ਭਾਈਚਾਰਕ ਸਾਂਝ ਨੂੰ ਤੋੜਨ ਦੀ ਸਾਜ਼ਿਸ਼ ਹੋ ਸਕਦੀ ਹੈ, ਪਰ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਲਈਆਂ ਦੁਸ਼ਮਣ ਮੁਲਕਾਂ ਨੇ ਵੀ ਕਿ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਤੋੜ ਦਈਏ, ਪਰ ਨਹੀਂ। ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਅਮਨ ਸ਼ਾਂਤੀ ਪਸੰਦ ਨੇ। ਸਿੱਧੂ ਸਾਹਿਬ ਕਹਿ ਰਹੇ ਨੇ ਪਾਰਟੀਆਂ ਨੇ ਇਹ ਕਿਤੇ ਨਾ ਕਿਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਸਰਕਾਰ ਸਿੱਧੂ ਸਾਹਿਬ ਦੀ ਹੈ, ਹੋਮ ਮਿਨਿਸਟਰੀ ਉਹਨਾਂ ਕੋਲੇ ਹੈ ਤੇ ਉਹ ਜਾਂਚ ਕਰਨ। ਆਪ ਸਾਹਿਬ ਨੇ ਸਵਾਲ ਕਰਦੇ ਨੇ ਕਿ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਕੰਮ ਕਿਉਂ ਹੁੰਦੇ ਨੇ, ਬਲਾਸਟ ਹੋਣੇ, ਬੇਅਦਬੀ ਹੋਣੀ। ਸਿੱਧੂ ਸਾਹਿਬ ਸਵਾਲ ਖੜੇ ਕਰਦੇ ਆ, ਸਿੱਧੂ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ। ਸਰਕਾਰ ਉਹਨਾਂ ਦੀ ਹੈ, ਸਰਕਾਰ ਤਾਂ ਉਹਨਾਂ ਦੇ ਅੰਡਰ ਹੈ ਤੇ ਹੋਮ ਮਿਨਿਸਟਰੀ ਉਹਨਾਂ ਕੋਲੇ ਹੈ। ਅਜੇ ਕਿਹੜਾ ਕੋਈ ਇਲੈਕਸ਼ਨ ਕੋਡ ਲੱਗਿਆ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਚਿੰਤਾਜਨਕ ਨੇ। ਮੈਂ ਸਖਤ ਤੋਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਵੀ ਕਰਦਾ ਔਰ ਮੈਂ ਜ਼ਖਮੀਆਂ ਨੂੰ ਮਿਲ ਕੇ ਵੀ ਆਊਂਗਾ ਔਰ ਕਿਉਂਕਿ ਉਹ ਤਾਂ ਆਮ ਲੋਕ ਨੇ, ਉਹ ਤਾਂ ਆਪਣੇ ਕੋਈ ਮੁਆਵਜ਼ਾ ਅਜੇ ਤੱਕ ਅਨਾਉਂਸ ਨਹੀਂ ਕੀਤਾ। ਚੰਨੀ ਸਾਹਿਬ ਵੀ ਆ ਗਏ, ਮੰਤਰੀ ਵੀ ਆ ਰਹੇ ਨੇ। ਬਿਲਕੁਲ ਮਿਲਣਾ ਚਾਹੀਦਾ। ਮੈਂ ਕਿਹਾ ਜੀ ਉਹਨਾਂ ਦਾ ਇਲਾਜ ਉਹ ਤੋਂ ਬਾਅਦ ਜਿੰਨਾ ਉਹਨਾਂ ਦਾ ਜਿਹੜਾ ਮਾਨਸਿਕ ਤੌਰ ਤੇ ਵੀ ਉਹ ਸ਼ੌਕ ਦੇ ਵਿੱਚ ਚਲੇ ਗਏ ਨੇ, ਸੋ ਮੁਆਵਜ਼ਾ ਮੈਂ ਤਾਂ ਕਹਿੰਦਾ 5-5 ਲੱਖ ਰੁਪਈਆ ਉਹਨਾਂ ਸਾਰੇ ਜ਼ਖਮੀਆਂ ਨੂੰ ਮਿਲਣਾ ਚਾਹੀਦਾ। मैं वही कहना कि जांच होनी चाहिए। मास्टरमाइंड किते होर बैठे ने, भावें बेअदबी होवे भावें आ धमाके होण, ये किते ना किते साडी भाईचारक सांझ नूं तोड़न दा। मैनूं बोल लैण दो जी भाई, मैनूं बोल लैण दो। ये भाईचारक सांझ नूं तोड़न दी साजिश है, कमज़ोर सरकार की निशानी है। जे सरकार किते लॉ एंड ऑर्डर वाल ध्यान देवे ਤਾਂ ਸ਼ਾਇਦ ਇਦਾਂ ਦਾ ਕੋਈ ਘਟਨਾ ਨਾ ਹੋਵੇ, ਪਰ ਸਰਕਾਰ ਆਪਸ 'ਚ ਲੜੀ ਜਾਂਦੀ ਹੈ, ਮੈਂ ਬਣੂੰਗਾ। ਸੋ ਪੰਜਾਬ ਨੂੰ ਇੱਕ ਇਮਾਨਦਾਰ
ਤੇ ਮਜ਼ਬੂਤ ਸਰਕਾਰ ਚਾਹੀਦੀ ਹੈ 2022 ਦੇ ਵਿੱਚ ਕੰਮ ਉੱਥੇ ਹੀ ਲੁਧਿਆਣਾ ਦੇ ਨਗਰ ਸਰਕਿਟ ਹਾਊਸ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਮੰਤਰੀ ਕਿਰਨ ਰਿਜੀਜੂ ਜਿੱਥੇ ਬਲਾਸਟ ਮਾਮਲੇ ਨੂੰ ਲੈ ਕੇ ਉਹਨਾਂ ਨਿੰਦਿਆ ਕੀਤੀ ਤਾਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਏਗੀ। ਕੇਂਦਰ ਸਰਕਾਰ ਅਤੇ ਸਟੇਟ ਸਰਕਾਰ ਮਿਲ ਕੇ ਕੰਮ ਕਰੇਗੀ। ਉਹਨਾਂ ਕਿਹਾ ਕਿ ਦੇਸ਼ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਏਗਾ ਅਤੇ ਮੁੱਖ ਮੰਤਰੀ ਨਾਲ ਵੀ ਇਸ ਮਾਮਲੇ ਵਿੱਚ ਗੱਲਬਾਤ ਉਹਨਾਂ ਵੱਲੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੋ ਵੀ ਦੇਸ਼ ਦਾ ਜਾਂ ਸਟੇਟ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਛੇਤੀ ही बेनकाब होंगे। आप सबको नमस्कार। मेरे साथ में पंजाब के ही दोनों वरिष्ठ नेता हैं, विजय सांपला जी नेशनल कमीशन फॉर शेड्यूल कास्ट के चेयरमैन साहब हैं, सोम प्रकाश जी हमारे साथी राज्य मंत्री हैं भारत सरकार में। हम तीनों का आज लुधियाना में आने का कारण आप सबको पता है। कल का जो दुखद घटना हुई है उससे हम लोग सब बहुत चिंतित हैं। भारत सरकार बहुत सीरियसली इस घटना को ले रही है। प्रधानमंत्री जी ने बहुत चिंता जताया है कि पंजाब में जो घटना हुई है लुधियाना में, इसको हम बहुत गहराई से बहुत ही प्रोफेशनली हम इस केस को देखेंगे। इसलिए मुझे यहाँ आने के लिए कहा गया और मैं इस देश का कानून मंत्री होने के नाते कोर्ट के परिसर में ये घटना हुई है तो यहाँ के हमारे जजेस के साथ, लॉयर्स के साथ भी मिलना ज़रूरी था। तो मैं इसलिए आज आपके बीच में आया हूँ। हमारे साथ में हमारा डिस्ट्रिक्ट कोर्ट के जज मुनीश साहब भी यहाँ पे है। हमने आज घटना का जो स्थान को देखा, हमारे जज साहब से भी ब्रीफिंग लिया और जो एजेंसीज़ हैं केंद्र सरकार के और राज्य सरकार के दोनों एजेंसियों से बात की। पंजाब के माननीय मुख्यमंत्री चन्नी साहब से मेरा बात हुआ और हमने ये तय किया कि हम तालमेल के साथ केंद्र सरकार और राज्य सरकार दोनों के एजेंसीज, दोनों के जितने भी लोग जुड़े हुए हैं इस काम में, बहुत अच्छी तालमेल के साथ हम इसको तय नतीजा तक जाएंगे। अच्छा प्रोग्रेस चल रहा है। इस वक्त मुझे इन्वेस्टिगेशन और जो टेक्निकल चीज़ में मुझे नहीं जाना है क्योंकि इस वक्त सारे एजेंसी लगे हुए हैं। इनिशियल ब्रीफिंग हुआ है और बहुत जल्द एक नतीजे तक पहुंचेंगे ऐसा लीड दिया है। तो जो घटना का रूट तक जाने के लिए जो कार्रवाई कर रहे हैं उसका नतीजा जैसे आएंगे तो एजेंसी प्रोफेशनली जो काम कर रहे हैं वो आप सबको वो डायरेक्ट बताएंगे। इस वक्त मुझे जो विक्टिम्स हैं ख़ास करके जो अभी सीरियसली इंजर्ड है, मैं आज भी अस्पताल में जा कर के हमारा एक विक्टिम को भी मिल के आया है, उनके साथ खड़ा हूँ, उनके परिवारजनों के साथ संवेदना में प्रकट करता हूँ। और एक बात कहना चाहता हूँ, हमारे जो सीनियर मोस्ट जज हैं मुनीश सिंघल जी, इनके नेतृत्व में यहाँ डिस्ट्रिक्ट कोर्ट लुधियाना के कल से लेकर आज तक बहुत अच्छी तरह से ये जो घटना हुई है उसके बाद संभाला और कोर्ट के कामकाज को रुकने नहीं दिया। कल भी जैसे इवैक्यूएशन होना था, जिस तरीके से संभालना था, अच्छी तरह से प्रोफेशनली किए हैं। और आज भी हमारे जो वहाँ के सीनियर जज होने के नाते उनके लीडरशिप में, मुनीश जी की लीडरशिप में सारा कामकाज चला। वो खुद भी केस हियरिंग की है, आज भी केस हियरिंग किए मेरे आने से पहले। और साथ साथ वो जो ब्लास्ट जहाँ हुआ वो स्पॉट को भी मैंने देखा और बाकी कोर्ट के जो परिसर में जो मेन कोर्ट रूम को भी मैंने देखा। यहाँ के डिस्ट्रिक्ट कोर्ट्स को जो मेरे मंत्रालय से समर्थन देंगे राज्य सरकार के साथ मिल कर के, वो भी हम अलग से करेंगे। लेकिन आज मेरा विज़िट का मेन पर्पस है कॉन्फिडेंस देना और पंजाब के लोगों को, लुधियाना के लोगों को बताना कि माननीय प्रधानमंत्री नरेंद्र मोदी जी के सरकार, उनके सहयोगी होने के नाते
मैं आपको आश्वासन देता हूं, भारत सरकार राज्य सरकार के साथ तालमेल करके इस केस को भी और ऐसे जो भी घटनाएं होती हैं उसको हम लोग बहुत अच्छी तरह से हैंडल करेंगे और पंजाब और देश में माहौल को बिगाड़ने के लिए जो तथ्य काम कर रहे हैं देश के अंदर या देश के बाहर, उसका खिलाफ सख्त कार्रवाई किया जाएगा। कोई ढील नहीं देंगे, पहले भी हम करते आए हैं और आगे और प्रोफेशनली मजबूत से हम लोग काम करेंके। और मैं दूसरा आश्वासन देना चाहता हूं कि ये इस तरह का जो सेंसिटिव चीज़ें हैं, बहुत सीरियस घटनाएं हैं, इस पे राज्य सरकार केंद्र सरकार मिल के काम करेंगे। इसमें कोई अलग अलग हम लोग साइलोस में अलग अलग दिशा में काम नहीं करेंगे, मिल के काम करेंगे। यही पंजाब के मुख्यमंत्री जी ने भी मुझे कहा है और आदरणीय प्रधानमंत्री जी का भी यही निर्देश है। और मेरे तरफ से मेरे दोनों साथी के साथ में भी मैं आश्वासन देना चाहता हूं कि हम एकजुट होकर के पंजाब के लोगों के लिए, यहाँ सुख और शांति के लिए भारत सरकार की ओर से बहुत अच्छी तरह से हम लोग समर्थन देते रहेंगे। तो मैं तालमेल से सिर्फ ये पूछना चाहता हूँ कि जैसे सेंट्रल एजेंसीज हैं, सेंट्रल एजेंसीज काफी देर से खदशा जता रही थी, उन्होंने पंजाब सरकार को अलर्ट भी किया था, उसके बाद ऐसे इंसिडेंट का हो जाना, आप इसको भी कहीं तालमेल पे एक सवालिया निशान देखते हैं और कहाँ कमी देखते हैं? नहीं, मैं इस वक्त कोई कमियां को पिकअप नहीं करूंगा और उसको गिनती भी नहीं करूंगा। जैसे मैंने कहा, जो सेंसिटिव चीज़ है उसको पूरे जांच पड़ताल के बाद ही कुछ कहना चाहिए। जहां तक जो इन्फॉर्मेशन देते हैं आईबी का, समय समय पर एजेंसियों को, राज्य सरकारों को और केंद्र सरकार के भी अन्य जो एजेंसी होते हैं सबको शेयर करते हैं। ये एक प्रक्रिया है, ये लगातार प्रक्रिया है, एक समय या एक घटना के लिए नहीं होते हैं। ये नॉर्मल टाइम में भी शेयर करते रहते हैं। मैं 5 साल गृह राज्य मंत्री रहा हूँ, मैंने बहुत क्लोजली ये सारे चीज़ को हैंडल किया है। वो एक रूटीन एक्सरसाइज, नॉर्मल समय में भी इस तरह का इन्फॉर्मेशन शेयर करना और राज्य सरकार केंद्र सरकार के जो आइडेंटिफाइड एजेंसीज के साथ तालमेल करके इन्फॉर्मेशन शेयरिंग, ये एक सिस्टम है। Sidhu is saying that our community is being scared and there's an attack on Punjabiyat on this. What do you have to say on that? And my question is along with this. CM says that there is involvement of drug lord, and Deputy CM says external forces are behind this thing, and Joseph Singh Sidhu is saying that a specific community is being targeted. So, do you think that all the people in Punjab, they are not in the proper point? See, first of all, as I said in the very beginning, when there is a unfortunate incident like this, we should not spin any other issues into it. Politics should be the last thing to make any references or inferences. We should go and target the area where it is required. We should not hit here and there. As I said, there is no politics, and I have not come here for election campaigning. I have come here to ensure and to give full confidence to the team and the people of Punjab. हाँ जी, एक बोलो यार। हाँ बताइए आप। वहाँ पर चूक थी, वकीलों का मानना है, क्योंकि वहाँ पर सुरक्षा जो लगाए गए हैं सिक्योरिटी पर्पस के लिए, वहाँ पर कहीं ना कहीं उनको किसी को भी जांच करके नहीं जाना चाहिए। ऐसा है, आज उसका भी डिटेल चर्चा हुआ, जज साहब उनके टीम से भी मेरा बात हुआ। इसका सिक्योरिटी रिव्यू किया जा रहा है। उसमें एडवोकेट्स का रहने का एक एरिया होता है, कोर्ट का एक साइड होता है। ये सारा चीज़ को फिर रिव्यू किया जा रहा है और हाई कोर्ट के चीफ जस्टिस के देखरेख में हर हाई कोर्ट का कमेटी है ऑन सिक्योरिटी, उसका भी अभी इस वक्त बैठक चल रहे हैं। और मैं फिर, क्योंकि मुख्यमंत्री से बात हो गई, मैं चीफ जस्टिस को भी बात करके और सुप्रीम कोर्ट में हमारे चीफ जस्टिस ऑफ इंडिया, उनसे भी मैं तालमेल करके पूरा देश का कोर्ट के परिसर का जो सिक्योरिटी रिव्यू है, इसको फिर से एक बार हम लोग देखेंगे। इसको कोई ढील देना, कोई किसी भी तरह से ये खतरा से खाली नहीं है। ऐसा है एक तो पहले एक दो क्वेश्चन कर लो, क्योंकि ना दी फ्लाइट का टाइम है।
सर विदेशी ताकतों पर है इसमें कोई टिफिन बम या कोई आतंकी हमला या कोई उसकी इन्वॉल्वमेंट इन्वेस्टिगेशन। हाँ आपने, हाँ ठीक, मैं एक साथ बोलूँगा और कोई तो है। You have come here to give a confidence to the people of Punjab, but my question is very clear that three voices are coming from Punjab state. The Chief Minister is saying about drug lord, Deputy CM saying about the external forces, and Navjot Singh Sidhu is saying something different. Okay. So what is the take? I got the point. I got the point. एक साथ बोल देंगे। Just adding to his point, where Navjot Sidhu is concerned, his finger is toward the central government. ठीक है, और मैं एक साथ बोल देता हूँ। डिस्ट्रिक्ट फॉर जस्टिस के जो रूपंतवन सिंह पल्लू हैं, उनके द्वारा टेलीफोनिक मैसेजेस दिए जा रहे हैं, पंजाब की पब्लिक को भड़काया जा रहा है खालिस्तान के लिए। Sir, ये नहीं just to add to this. But last question. This is not just one incident, sir. This is not just one incident. We are talking about the 6th such blast incident in last 4 months. So it is not just one incident when we talk about it. So there it raises questions on the working of the agencies also. Exactly. ऐसा है, आपने जितना एक पॉलिटिकल जो आवाज़ का भी बताया और बाकी चीज़ों का भी आपने बोला, मैं जो पहले मैं कह चुका हूँ, लेकिन थोड़ा सा इसको फिर से एक परिप्रेक्ष्य में मैं बोलता हूँ। ऐसे समय में पॉलिटिकल वॉइस ये ठीक नहीं है। वॉइस आपका एक वॉइस होना चाहिए, चाहे सेंट्रल गवर्नमेंट हो, स्टेट गवर्नमेंट हो। और जैसे मैंने कहा, ये मैं कोई पॉलिटिकल काम के लिए आया नहीं हूँ, कैंपेन के लिए आया नहीं हूँ। एक दुखद, एक अनफॉर्चुनेट ट्रेजिक इंसिडेंट के वजह से मैं यहाँ आया हूँ, और देश का मिनिस्टर फॉर लॉ एंड जस्टिस होने के नाते मेरा ड्यूटी है कि एक सीनियर मिनिस्टर होने के नाते स्टेट के प्रति मेरा जो कंसर्न है उसके लिए, और एज अ लॉ मिनिस्टर हमारे जजेस, हमारा जो टीम ऑफ लॉयर्स और पूरा जुडिशरी को भी कॉन्फिडेंस देना ज़रूरी है। क्योंकि अगर जजेस का माइंड में फेयर होगा और कोर्ट के कॉम्प्लेक्स में सिक्योरिटी का लैप्सेस होगा, तो उसको कहीं ना कहीं हम इस नज़र से देखते हैं कि जस्टिस देने में दिक्कतें आ सकते हैं और उसको बाधा हो सकते हैं। इसलिए जजेस को फुल सिक्योरिटी, फुल प्रोटेक्शन एंड कोर्ट कॉम्प्लेक्सेस को सिक्योर करना ये हमारा प्राथमिकता है। इसलिए मैंने कहा कि हमारा जो हाई कोर्ट के चीफ जस्टिस के लीडरशिप में जो सिक्योरिटी कमेटी बने हुए हैं, सिर्फ पंजाब ही नहीं, देश भर का इसका भी रिव्यू चल रहा है। और साथ साथ हमारे कोर्ट ही नहीं, पूरे देश में एक हार्मोनियस माहौल को बनाए रखने के लिए बिना पॉलिटिकल एंगल दिए हुए इस तरह के घटना में हम लोग सब वन वॉइस होना चाहिए। मेरा रिक्वेस्ट रहेगा, पंजाब के जो आपने 3 आवाज़ें बताई हैं, माय सिंसियर अपील टू देम ऑल्सो इज़ टू नॉट मेक एनी काइंड ऑफ इन्फरेंसेस और एनी काइंड ऑफ indirect diluting political angle into this kind of serious nature of incidents. We have to be very professional. We are, after all, responsible people, and we are occupying responsible position. We have to speak responsibly. So my appeal is, central government is fully standing with the people of Punjab, and on this particular incident, we will go to the root cause of the problem and we will nail the culprits. I'm confident है, जैसे जो एजेंसीज ने लीड दिए हैं वो काम कर रहे हैं, बाकी डिटेल्स एजेंसी बताएंगे। थैंक यू। चलिए खड़े हो जाइए, चलिए आइए। क्या चीज? पब्लिक जो है, पंजाब के पब्लिक ऐसे बातों को ना सुने जो गलत मैसेज या भड़काने वाला बात करते हैं, उसको इग्नोर करें। उसका प्रक्रिया है। ਉੱਥੇ ਲੁਧਿਆਣਾ ਦੇ ਸਥਾਨਕ ਸਿਵਲ ਹਸਪਤਾਲ 'ਚ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਗੁਪਤਾ ਵੀ ਪਹੁੰਚੇ, ਜਿੱਥੇ ਉਹਨਾਂ ਪੀੜਤਾਂ ਦਾ ਹਾਲ ਚਾਲ ਜਾਣਿਆ। ਤਾਂ ਉੱਥੇ ਮੀਡੀਆ ਦੇ ਮੁਖਾਤਬ ਹੁੰਦੇ ਹੋਏ ਮੌਜੂਦਾ ਸਰਕਾਰ ਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧੇ ਨੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਵਨ ਗੁਪਤਾ ਨੇ ਕਿਹਾ ਕਿ ਜਿੱਥੇ ਮੌਜੂਦਾ ਸਰਕਾਰ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੱਕੇ ਜਾ ਰਹੇ, ਉਹਨਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਉਹਨਾਂ ਅੱਤਵਾਦ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ, ਕਿਤੇ ਨਾ ਕਿਤੇ ਸਰਕਾਰ ਉੱਤੇ ਸਵਾਲੀਆ ਨਿਸ਼ਾਨ ਤਾਂ ਖੜੇ ਹੁੰਦੇ ਹੀ ਨੇ। ਦੇਖੋ, ਜਿਹੜੀ ਕੱਲ ਬੰਬ ਵਿਸਫੋਟ ਹੋਇਆ, ਬੜਾ ਦੁਖਦਾਈ ਘਟਨਾ ਹੈ ਪੰਜਾਬ ਦੇ ਲਈ ਤਰਾਸਦੀ ਹੈ। ਔਰ ਅੱਜ ਅਸੀਂ ਜਿਹੜਾ ਹੈ ਹਸਪੀਟਲ ਦੇ ਵਿੱਚ
ਜਿਹੜੇ ਜ਼ਖਮੀ ਹੋਏ ਆ ਇੱਥੇ ਅਸੀਂ 2 ਜ਼ਖਮੀਆਂ ਨੂੰ ਮਿਲੇ ਆ ਔਰ ਉਹਨਾਂ ਦੇ ਦੁੱਖ ਤਕਲੀਫ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ। ਅਸੀਂ ਸਮਝਦੇ ਹਾਂ ਜਿਹੜੀ ਬੰਬ ਵਿਸਫੋਟ ਹੋਇਆ ਇਹ ਪਹਿਲਾਂ ਤੋਂ ਹੀ ਇਹ ਸਾਰੀ ਚੀਜ਼ ਦੀ ਕੜੀਆਂ ਜੁੜ ਰਹੀਆਂ। ਇਹ ਬੜਾ ਕੋਇਨਸੀਡੈਂਟ ਹੈ ਕਿ ਦਰਬਾਰ ਸਾਹਿਬ 'ਚ ਬੇਅਦਬੀ ਹੁੰਦੀ ਹੈ, ਬੇਅਦਬੀ ਕਰਨ ਵਾਲੇ ਨੂੰ ਥਾਂ ਮਾਰ ਦਿੱਤਾ ਜਾਂਦਾ। ਕਪੂਰਥਲੇ ਬੇਅਦਬੀ ਹੁੰਦੀ ਹੈ, ਉਹਨੂੰ ਥਾਂ ਮਾਰ ਦਿੱਤਾ ਜਾਂਦਾ। ਇਸੇ ਤਰੀਕੇ ਨਾਲ ਇੱਥੇ ਜਿਹੜਾ ਬੰਬ ਵਿਸਫੋਟ ਹੋਇਆ ਇੱਥੇ ਵੀ ਬੰਦਾ ਜਿਹੜਾ ਥਾਂ ਹੀ ਮਰ ਗਿਆ। ਇਹ ਇੱਕ ਤਰ੍ਹਾਂ ਦੀ ਬਹੁਤ ਬੜੀ ਸਾਜ਼ਿਸ਼ ਲੱਗ ਰਹੀ ਹੈ, ਜਿਸ ਸਾਜ਼ਿਸ਼ ਦੇ ਤਹਿਤ ਕੜੀਆਂ ਹੀ ਖਤਮ ਕਰ ਦਿੱਤੀਆਂ ਜਾ ਰਹੀਆਂ ਹੈਗੇ, ਸਬੂਤ ਹੀ ਮਿਟ ਜਾ ਰਹੇ ਹੈਗੇ। ਔਰ ਸਭ ਤੋਂ ਬੜੀ ਗੱਲ ਹੈ ਕਿ ਇਹ ਘਟਨਾਵਾਂ ਇਸ ਕਰਕੇ ਹੋ ਰਹੀਆਂ ਵੀ ਖਾਲਿਸਤਾਨੀ ਆਤੰਕਵਾਦੀ ਤਾਕਤਾਂ ਨੂੰ ਸ਼ੁਰੂ ਤੋਂ ਹੀ ਕੁਚਲਿਆ ਨਹੀਂ ਜਾ ਰਿਹਾ ਸੀਗਾ। ਇਹਨਾਂ ਨੂੰ ਕੁਚਲਿਆ ਜਾਣਾ ਚਾਹੀਦਾ ਹੈ, ਸਖਤੀ ਨਾਲ ਕੰਮ ਹੋਣਾ ਚਾਹੀਦਾ ਹੈ। ਕੋਈ ਜਿਹੜੀ ਨਰਮਾਈ ਹੈ ਉਹ ਸਟੇਟ ਲਈ ਖਤਰਨਾਕ ਹੈ। ਔਰ ਖਾਸ ਕਰਕੇ ਲਗਾਤਾਰ ਬੇਅਦਬੀ ਦੀ ਘਟਨਾਵਾਂ, ਲਗਾਤਾਰ ਮੰਦਰਾਂ 'ਚ ਮੂਰਤੀਆਂ ਦਾ ਅਪਮਾਨ, ਲਗਾਤਾਰ ਗਊ ਹੱਤਿਆਵਾਂ ਦਾ ਹੋ ਜਾਣਾ, ਸਰਕਾਰ ਦਾ ਮੂਕ ਦਰਸ਼ਕ ਬਣੇ ਰਹਿਣਾ, ਪੁਲਿਸ ਦਾ ਐਵੇਂ ਸਿੱਟ ਗਠਿਤ ਕਰ ਦੇਣਾ, ਉਹਦੀ ਵੇਟ ਕਰੀ ਜਾਣਾ, ਇਹ ਜਿਹੜੀ ਛੋਟੀ ਛੋਟੀ ਘਟਨਾਵਾਂ ਹੋਈਆਂ ਅਵੇਸਲਾਪਨ ਹੈ। ਔਰ ਸਰਕਾਰ ਅਸਥਿਰ ਹੈ, ਸਰਕਾਰ ਜਿਹੜੀ ਹੈ ਠੋਸ ਨਹੀਂ ਹੈ। DGP ਜਿਹੜਾ ਹੈ ਰਾਤ ਨੂੰ 12 ਵਜੇ ਬਦਲ ਲੈਂਦੇ ਹੈ। ਪੁਲਿਸ ਦਾ ਇੱਕੋ ਹੀ ਕੰਮ ਰਹਿ ਗਿਆ ਵੀ ਟਰਾਂਸਫਰ ਕਰੀ ਜਾਓ, ਜਿਹਦੇ ਕਰਕੇ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ। ਮੇਰਾ ਜਿਹੜਾ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਹੋਣ ਦੇ ਨਾਤੇ ਮੰਨਣਾ ਹੈ ਕਿ ਜੇ ਬੰਬ ਵਿਸਫੋਟ ਹੋਇਆ, ਜਿਹੜੇ ਖੁਖਾਰ ਆਤੰਕਵਾਦੀ ਜੇਲ੍ਹਾਂ 'ਚ ਬੰਦ ਹੈ, ਅਗਰ ਸਾਡੇ ਪੰਜਾਬੀਆਂ ਦੀ ਇਸ ਤਰ੍ਹਾਂ ਨਿਰਦੋਸ਼ ਦੀ ਹੱਤਿਆ ਹੋ ਰਹੀ ਹੈ ਤਾਂ ਉਹਨਾਂ ਤੋਂ ਵੀ ਇੱਕ ਨੂੰ ਚੱਕ ਕੇ ਫਾਂਸੀ ਤੇ ਸਰੇਆਮ ਟੰਗ ਦੇਣਾ ਚਾਹੀਦਾ। ਜੇ ਕੋਈ ਬੰਬ ਵਿਸਫੋਟ ਹੋਏਗਾ, ਆਤੰਕਵਾਦੀ ਘਟਨਾ ਹੋਏਗੀ, ਨਾਲ ਹੀ ਅੱਤਵਾਦੀ ਵੀ ਫਾਂਸੀ ਤੇ ਟੰਗਿਆ ਜਾਏ, ਤਾਂ ਜਾ ਕੇ ਪੰਜਾਬੀਆਂ ਦਾ ਕਤਲੇਆਮ ਜਿਹੜਾ ਰੁਕ ਸਕਦਾ ਹੈ। ਇਸ ਦੇ ਉੱਤੇ ਇਲੈਕਸ਼ਨ ਨੇੜੇ ਬੰਬ ਦਾ ਪਿਛਲੇ ਵਾਰੇ ਵੀ ਹੋਇਆ ਸੀ 2017 ਦੇ ਵਿੱਚ, ਹੁਣ ਵੀ ਇਲੈਕਸ਼ਨਾਂ ਨੇੜੇ ਨੇ। ਆਹ ਤੇ ਕਨਸਪੀਰੇਸੀ ਹੈ, ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਕੇਂਦਰ ਸਰਕਾਰ ਨੂੰ ਵੀ। ਕੇਂਦਰ ਸਰਕਾਰ ਇਸ ਕਰਕੇ ਵੀ ਚੁੱਪੀ ਨਾ ਧਾਰਨ ਕਰੇ, ਕਿ ਮੌਨ ਨਾ ਧਾਰਨ ਕਰੇ ਕਿ ਇਹ ਜੀ ਸਟੇਟ ਦਾ ਸਬਜੈਕਟ ਹੈ, ਇਹ ਦੇਸ਼ ਦਾ ਸਬਜੈਕਟ ਹੈ। ਪੰਜਾਬ ਬਾਰਡਰ ਸਟੇਟ ਹੈ ਔਰ ਜਿਹੜਾ ਇੱਥੇ ਪੰਜਾਬ ਸਰਕਾਰ ਨੇ, ਪੰਜਾਬ ਪੁਲਿਸ ਨੇ ਛੂਟ ਦਿੱਤੀ ਹੋਈ ਹੈ ਅੱਤਵਾਦੀਆਂ ਨੂੰ, ਉਹਦੇ ਕਰਕੇ ਦੱਸੋ ਸਾਡੀ ਜੁਡੀਸ਼ਰੀ ਤੇ ਹਮਲਾ ਹੋ ਜਾ ਰਿਹਾ ਹੈਗਾ। ਜੁਡੀਸ਼ਰੀ 'ਚ ਜੇ ਬੰਬ ਵਿਸਫੋਟ ਹੋ ਰਿਹਾ ਹੈ ਤੇ ਫਿਰ ਆਮ ਲੋਕਾਂ ਦੀ ਸੁਰੱਖਿਆ ਦੀ ਗਰੰਟੀ ਕੌਣ ਲਏਗਾ? ਔਰ ਸਭ ਤੋਂ ਬੜੀ ਗੱਲ ਇਹ ਹੈਗੀ ਕਿ ਜੁਡੀਸ਼ਰੀ 'ਚ ਹਮਲੇ ਤੋਂ ਪਹਿਲਾਂ ਜਿਹੜਾ ਦਿੱਲੀ 'ਚ ਬੰਬ ਵਿਸਫੋਟ ਹੋਇਆ, ਉਦੋਂ ਤੋਂ ਇਹਨਾਂ ਨੂੰ ਬਕਾਇਦਾ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ। ਉਹਦੇ ਬਾਵਜੂਦ ਵੀ ਆਪਾਂ ਸੋ ਰਹੇ ਹੈਗੇ, ਏਜੰਸੀਆਂ ਨੂੰ ਅਲਰਟ ਆ ਤਾਂ ਵੀ ਸੋ ਰਹੇ। ਫਿਰ ਰੈੱਡ ਅਲਰਟ ਪੰਜਾਬ 'ਚ ਕਿਸ ਚੀਜ਼ ਦਾ ਜਾਰੀ ਹੋਇਆ? ਖਾਲੀ ਲਾਲ ਬੱਲਬ ਵੀ ਜਗਾਇਆ ਇਹਨਾਂ ਨੇ, ਹੋਰ ਕੋਈ ਕਾਰਵਾਈ ਨਹੀਂ ਕੀਤੀ ਹੈਗੀ। ਹੁਣ ਕਿਸ ਤਰੀਕੇ ਨਾਲ ਦੇਖਦੇ ਹੋ, ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਵੀ ਦੇਖਿਆ ਇਲੈਕਸ਼ਨਾਂ ਦਾ ਦੌਰ ਨੇੜੇ ਹੈਗਾ ਤੇ ਇਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਜਿਹੜੀ ਹੈ ਸੁਰੱਖਿਆ ਪ੍ਰਬੰਧ ਵਧਾ ਦਿੱਤੇ। ਧਾਰਾ 144 ਲਗਾਈ ਗਈ। ਦੇਖੋ ਧਾਰਾ 44 ਦਾ ਕੋਈ ਮਤਲਬ ਨਹੀਂ ਹੈਗਾ। ਬੰਬ ਵਿਸਫੋਟ ਹੋ ਗਿਆ, ਬੰਬ ਲਿਜਾਣ ਵਾਲਾ ਅੰਦਰ ਚਲਾ ਗਿਆ, ਕੋਈ ਸਿਕਿਉਰਿਟੀ ਏਜੰਸੀਆਂ ਕੀ ਕਰ ਰਹੀਆਂ ਸੀ ਉੱਥੇ? ਅਦਾਲਤ ਹੈ, ਅਦਾਲਤ 'ਚ ਆਪਾਂ ਨੇ ਸੁਰੱਖਿਆ ਤੈਨਾਤ ਕੀਤੀ ਹੋਈ ਸੀ। ਕਿਵੇਂ ਚੱਲਿਆ ਗਿਆ ਬੰਬ, ਕਿਵੇਂ ਵਿੱਚ ਉੱਥੇ ਜਾ ਕੇ ਵਿਸਫੋਟ ਕਰਨ 'ਚ ਕਾਮਯਾਬ ਹੋ ਗਏ, ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਦੂਸਰੀ ਗੱਲ ਅਸੀਂ ਪੁੱਛਣਾ ਚਾਹੁੰਦੇ ਕਿਆ ਇਹ ਬੰਬ ਵਿਸਫੋਟ ਇਸ ਕਰਕੇ ਕੀਤੇ ਜਾ ਰਹੇ ਕਿ ਪੰਜਾਬ ਦੇ ਹਿੰਦੂਆਂ ਨੂੰ ਡਰਾਇਆ ਜਾ ਸਕੇ, ਇੱਕ ਡਰ ਔਰ ਸਹਿਮ ਦਾ ਵਾਤਾਵਰਣ ਪੈਦਾ ਕਰਕੇ ਉਹ ਵੋਟਾਂ ਤੁਸੀਂ ਡਰ ਔਰ ਸਹਿਮ ਦੀ ਆੜ ਦੇ ਵਿੱਚ ਲੈ ਸਕੋ? ਇਹ ਬਹੁਤ ਵੱਡੀ ਕਨਸਪੀਰੇਸੀ ਹੈ। ਅਸੀਂ ਕਹਿੰਦੇ ਹਾਂ ਕਿ ਹਾਈ ਕੋਰਟ ਦੇ ਸਿਟਿੰਗ ਜੱਜ ਦੀ ਨਿਗਰਾਨੀ ਦੇ ਵਿੱਚ ਇਹ ਸਾਰੀ ਜਾਂਚ ਹੋਣੀ ਚਾਹੀਦੀ ਹੈ। ਏਵਨ ਮੀਡੀਆ ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।